खालसा वाहिगुरू जी की फतेह। सतनाम श्री वाहिगुरू साहिब जीओ। जो सज्जन मंडिया डेई सिसी उतार, नैन महंगे तरस दे कद पसी दीदार। तुमरी शरण तुम्हारी आसा, तुम ही सज्जन सुहेले। राखो राखन हार दयाला, नानक घर के बोले। राखो राखन हार दयाला, नानक घर के बोले। सुख होटल गुरु सेविया, एनस सहज सुभाए। दर्शन परसे गुरु का, जन्म मरण दुख जाए। दर्शन परसे गुरु का, जन्म मरण दुख जाए। सतनाम श्री वाहिगुरू साहिब जीओ। सलोक महला पहला, पंज निवाजा वक्त पंज। पंजा पंजे नाओ, पहला सच हलाल दोए। तीजा खैर खुदाए। पंज निवाजा वक्त पंज, पंजा पंजे नाओ। पहला सच हलाल दोए, तीजा खैर खुदाए। चौथी नीयत रास मन, पंजवें सिफत सुनाए। करनी कलमा आख कै, तां मुसलमान सदाए। नानक जेते कूड़ियार, कूड़ै कूड़ी पाए। करनी कलमा आख कै, तां मुसलमान सदाए। नानक जेते कूड़ियार, कूड़ै कूड़ी पाए। वाहिगुरू जी का खालसा, वाहिगुरू जी की फतेह। परम सन्मानयोग साध संगत जीओ, आप जी गुरभागे हो जो धन धन श्री गुरु नानक साहब जी महाराज के पावन स्थान गुरुद्वारा नानक देव साहिब विखे धन धन श्री गुरु गोबिंद साहिब जी महाराज जी पावन पवित्र गुरु रहानियां पढ़ के खालसा गुरबाणी श्री गुरु श्रवण करके अपने जीवन में सफलता पाते सो कीर्तन की सेवा निभा रहे सन। सत्कारयोग भाई सभाई निर्मल सिंह जी खालसा ते उन्होंने साथी हम समा है लड़ीवार शब्द विचार का। आप जी ने धन धन श्री गुरु नानक साहब जी महाराज के मुखारबिंद विचों उच्चारण किए हुए एक श्लोक का मूल पाठ श्रवण किया है, जिसके विचार आप जी ने श्रवण करवा रहे हैं। सत्कारयोग भाई सभाई बलदेव सिंह जी नंद वाले आओ तिन्हां दे पासों कुछ शब्द विचार करिए। वाहिगुरू जी का खालसा, वाहिगुरू जी की फतेह। वाहिगुरू जी एक मन पुरख ध्याए, वरदाता संत सहार सदा वख्याता। तास चरण ले हृदय वसावो,
परम गुरु नानक गुण गावों। गावों गुण परम गुरु सुख सागर, दुरत निवारण शब्द सरे। गावें गंभीर धीर मत सागर, जोगी जंगम ध्यान तरे। गावें इंद्राद भगत प्रहलाद, आत्म रस जिन जानियो। कब कल सुजस गावों गुरु नानक, राज जोग जिन माणियो। परम सत्कारयोग जुग जुग अटल ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸਿੱਖ ਧਰਮ ਦੇ ਬਾਨੀ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਸਥਾਨ ਦੀਆਂ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਵਾਜੀ ਸਤ ਸੰਗਤ, ਪਿਆਰ ਸਹਿਤ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਜੋ ਉਹਨਾਂ ਵੱਲੋਂ ਉਚਾਰਨ ਕੀਤੀ ਹੋਈ ਵਾਰ ਜੋ ਮਾਝ ਰਾਗ ਦੇ ਵਿੱਚ ਦਰਜ ਹੈ, ਉਹਦੇ ਵਿੱਚੋਂ ਇਹ ਸ਼ਬਦ ਜਿਹਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਹਦੀ ਆਪਾਂ ਵਿਚਾਰ ਕਰਨੀ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਗਤ ਗੁਰੂ ਕਿਹਾ ਜਾਂਦਾ ਹੈ, ਕਿਉਂਕਿ ਉਹ ਹੈ ਹੀ ਜਗਤ ਗੁਰੂ ਸਨ। ਹਰ ਇੱਕ ਨੂੰ ਉਹਦੇ ਧਰਮ ਦੇ ਨਿਯਮਾਂ ਅਨੁਸਾਰ, ਚਿੰਨ੍ਹਾਂ ਅਨੁਸਾਰ, ਮਾਨਤਾਵਾਂ ਅਨੁਸਾਰ ਉਹਨਾਂ ਨੂੰ ਉਪਦੇਸ਼ ਦਿੰਦੇ। ਕਿਸੇ ਨੂੰ ਨਹੀਂ ਕਹਿੰਦੇ ਕਿ ਤੂੰ ਭਾਈ ਸਿੱਖਾ ਆਪਣਾ ਧਰਮ ਛੱਡ ਕੇ ਸਿੱਖ ਬਣ ਜਾ। ਹਰ ਇੱਕ ਨੂੰ ਆਪਣੇ ਧਰਮ ਦੇ ਵਿੱਚ ਪੱਕਾ ਰਹਿਣ ਵਾਸਤੇ ਉਪਦੇਸ਼ ਬਖਸ਼ਿਸ਼ ਕਰਦੇ। ਅੱਜ ਇਸ ਸ਼ਬਦ ਦੀ ਆਪਾਂ ਵਿਚਾਰ ਕਰਨੀ ਹੈ, ਇਸਲਾਮ ਮਤ ਨਾਲ ਸੰਬੰਧਿਤ। ਇਸਲਾਮ ਧਰਮ ਦੇ ਵਿੱਚ 5 ਨਮਾਜ਼ਾਂ ਪੜ੍ਹੀਆਂ ਜਾਂਦੀਆਂ। ਹਰ ਇੱਕ ਮੁਸਲਮਾਨ ਉਹਦੇ ਵਾਸਤੇ ਹੁਕਮ ਹੈ ਕਿ ਉਹ 5 ਨਮਾਜ਼ਾਂ ਪੜ੍ਹੇ। ਔਰ ਮੁਸਲਮਾਨ ਪੜ੍ਹਦੇ ਹਨ ਆਪਣੇ ਰਹਿਬਰ ਦੀ, ਆਪਣੇ ਰਸੂਲ ਦੀ ਕੋਈ ਗੱਲ ਨੂੰ ਮੰਨਦੇ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨਮਾਜ਼ ਪੜ੍ਹਨੀ ਤੇਰਾ ਧਰਮ ਹੈ। ਬਹੁਤ ਚੰਗੀ ਗੱਲ ਹੈ, ਪਰ ਨਿਰਾ ਨਮਾਜ਼ ਪੜ੍ਹਨ ਨਾਲ ਗੱਲ ਨਹੀਂ ਬਣਦੀ। ਇਹ ਜੋ 5 ਨਮਾਜ਼ਾਂ ਨੇ, ਇਹਦੇ 5 ਅਰਥ ਹਨ। ਇਹਦੇ ਨਾਲ ਨਾਲ ਤੇਰੇ ਅੰਦਰ
5 ਗੁਣ ਵੀ ਹੋਣੇ ਚਾਹੀਦੇ। ਜੇ ਤੂੰ 5 ਨਵਾਜ਼ਾਂ ਪੜ੍ਹਦਾ ਹੈ ਤੇ ਤੇਰੇ ਅੰਦਰ 5 ਗੁਣ ਹੋਣ, ਫਿਰ ਤੇਰੀ ਨਮਾਜ਼ ਪੜ੍ਹੀ ਹੋਈ ਪ੍ਰਵਾਨ ਹੋਵੇਗੀ। ਫਿਰ ਤੂੰ ਸਹੀ ਅਰਥਾਂ 'ਚ ਮੁਸਲਮਾਨ ਬਣ ਜਾਏ। ਹਰ ਧਰਮ ਦੇ ਵਿੱਚ ਇਸ ਤਰ੍ਹਾਂ ਅਸੂਲ ਹਨ। ਸਾਡੇ ਧਰਮ ਦੇ ਵਿੱਚ ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ, ਸਾਨੂੰ 5 ਕਕਾਰ ਪਹਿਨਣ ਵਾਸਤੇ ਦੇਸ਼ ਕੀਤਾ ਜਾਂਦਾ ਹੈ, ਹੁਕਮ ਕੀਤਾ ਜਾਂਦਾ ਹੈ, ਤੇ 4 ਵੱਜਰ ਕੁਰੈਤਾਂ ਤੋਂ ਬਚ ਕੇ ਰਹਿਣ ਵਾਸਤੇ ਹਦਾਇਤ ਕੀਤੀ ਜਾਂਦੀ। ਇਹ ਹਰ ਧਰਮ ਦੇ ਵਿੱਚ ਵੱਖੋ ਵੱਖਰੇ ਨਿਯਮ ਹਨ। ਉਹਨਾਂ ਨਿਯਮਾਂ ਨੂੰ ਜੇ ਤੇ ਬਾਹਰੀ ਤੌਰ 'ਤੇ ਅਸੀਂ ਫਾਲੋ ਕਰਦੇ ਹਾਂ, ਦਿਖਾਵੇ ਦੇ ਤੌਰ 'ਤੇ, ਫਿਰ ਤੇ ਉਹਦਾ ਕੋਈ ਅਰਥ ਨਹੀਂ ਰਹਿ ਜਾਂਦਾ। ਜਿੰਨਾ ਚਿਰ ਤੱਕ ਉਹ ਸਾਡੇ ਜੀਵਨ ਦੇ ਕਿਰਦਾਰ ਵਿੱਚ ਨਹੀਂ ਆਉਂਦੇ, ਸਾਡੇ ਜੀਵਨ ਦੇ ਵਰਤਾਓ ਵਿੱਚ ਨਹੀਂ ਆਉਂਦੇ, ਉਹਨਾਂ ਚਿਰ ਉਹ ਦਿਖਾਵਾ ਹੈ। ਕਿਰਪਾਨ ਪਹਿਨਦੇ ਹਾਂ ਅਸੀਂ, ਕਿਰਪਾ ਤੇ ਆਨ ਦੋ ਅਰਥਾਂ ਨੇ ਦੇ, ਦੋਨਾਂ ਅਰਥਾਂ ਦੇ ਸੁਮੇਲ ਨਾਲ। ਜਿਨ ਕਿਰਪਾਨ ਪਹਿਨੀ ਹੈ ਉਹਦੇ ਅੰਦਰ ਕਿਰਪਾ ਵੀ ਹੋਵੇ, ਦਇਆ ਵੀ ਹੋਵੇ, ਤੇ ਆਨ ਉਹਦੇ ਅੰਦਰ ਅਣਖ ਵੀ ਹੋਵੇ। ਅਣਖ ਵੀ ਹੋਵੇ ਤੇ ਦਇਆ ਵੀ ਹੋਵੇ, ਫਿਰ ਤੁਹਾਡੀ ਕਿਰਪਾਨ ਪਾਈ ਪ੍ਰਵਾਨ ਹੈ, ਸਫਲ ਹੈ। ਇਸੇ ਤਰ੍ਹਾਂ ਹੋਰ ਸਾਰੇ ਕਾਰ ਹਨ। ਤੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਅੱਜ ਦੇ ਸ਼ਬਦ ਅੰਦਰ ਇਸਲਾਮ ਮਤ ਦੀਆਂ ਨਮਾਜ਼ਾਂ ਦਾ ਜ਼ਿਕਰ ਕਰਦੇ ਹਨ। ਤੋ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, 5 ਨਮਾਜ਼ਾਂ, 5 ਵਕਤ, 50 ਪੰਜੇ 9, 5 ਨਮਾਜ਼ਾਂ ਤੇ 5 ਵਕਤ ਹਨ, ਸਮੇਂ ਹਨ। ਸਵੇਰ ਦੀ ਹੈ, ਦੁਪਹਿਰ ਹੈ, ਫਿਰ ਦਿਨ ਢਲਣ 'ਤੇ, ਇਸ ਤਰ੍ਹਾਂ ਕਰਕੇ 5 ਸਮੇਂ ਹਨ ਨਮਾਜ਼ ਦੇ। 5 ਨਮਾਜ਼ਾਂ ਹਨ ਤੇ 5 ਵੱਖੋ ਵੱਖਰੇ ਸਮੇਂ ਹਨ ਤੇ 5 ਨਾਂ ਹਨ। 5 ਨਮਾਜ਼ਾਂ, 5 ਵਕਤ, 50 ਪੰਜੇ ਨੂੰ। ਤੇ ਉਹ 5 ਨਮਾਜ਼ਾਂ ਵਕਤ ਦੇ ਨਾਲ, ਸਮੇਂ ਦੇ ਨਾਲ ਪੜ੍ਹਨੀਆਂ। ਬਾਬਾ ਫਰੀਦ ਜੀ ਆਪਣੀ ਬਾਣੀ 'ਚ ਇੱਕ ਜਗ੍ਹਾ ਜ਼ਿਕਰ ਕਰਦੇ ਹਨ, ਉਹ ਕਹਿੰਦੇ ਹਨ, ਫਰੀਦਾ ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਬਹੀ ਚੱਲ ਨਾ ਆਇਆ
ਪੰਜੇ ਵਕਤ ਨੇ ਮਸੀਤ। ਉਹ ਕਹਿੰਦੇ ਤੂੰ ਸਮੇਂ ਨਾਲ ਨਮਾਜ਼ ਨਹੀਂ ਪੜ੍ਹਦਾ, ਸਮੇਂ ਨਾਲ ਮਸੀਤ ਵਿੱਚ ਨਹੀਂ ਆਉਂਦਾ, ਇਹ ਤੇਰੇ ਵਾਸਤੇ ਚੰਗੀ ਗੱਲ ਨਹੀਂ। ਆਪਣੇ ਧਰਮ ਦਾ ਅਕੀਦਾ ਹੈ, ਧਰਮ ਦਾ ਨਿਯਮ ਹੈ, ਮਾਨਤਾ ਹੈ, ਉਹਨੂੰ ਮੰਨਣਾ ਜ਼ਰੂਰੀ ਹੈ। तो गुरु नानक पातशाह जी कहते इस्लाम धर्म दे विच हजरत मुहम्मद साहब ने 5 नमाज़ां दा हुक्म किया है ते उन्हां दे 5 वक्त हैं, समय हैं, 5 नाम। पर गुरु नानक पातशाह जी कहते 5 नमाज़ां ते ठीक है तू पढ़ लईआं, समय अनुसार भी पढ़ लईआं, पर इहदे नाल नाल 5 गुण भी तेरे अंदर पैदा होने चाहिए। पहला सच, पहली नमाज जिहड़ी है वो तैनूं सच बोलण दा उपदेश दिंदी है। पहली नमाज दा मतलब है तू सच बोलना शुरू करना है, सारा दिन सच बोलना, तू झूठ नहीं बोलना, कदे सच बोलना, सच सुनना है, सच वाले पासे खड़े हो, सच नाल जुड़ना, सच की खोज करनी। पहला सच। हलाल दोए ते दूसरा तू हक हलाल दी कमाई खानी है, मेहनत करके पैसा कमाउणा है ते ओहदी अपने परिवार च वरतों करनी है। कोई काम कर, तू बिजनेस कर, नौकरी कर, तू ड्राइवरी कर, कोई काम कर, पर उत्थे हक हलाल दी कमाई प्राप्त कर। उत्थे किसी का हक नहीं मारना। जे तू बिजनेस दे विच है, दुकान करदा है, बिजनेस करदा है, उहदे विच तू अपना हिसाब किताब ला के इक्को वारी देख लै कि इन्ना मैनू मार्जन चाहिदा, इन्नी कीमत ते मैं ये बेचां, फिर मैनू फायदा है, फिर मेरा गुजारा चल सकता है। ते वो जिहड़ा रेट मिथ लिया वो सब दे नाल इक्को रख। ये नहीं कि कोई भोला देखिया ते उहदी छिल ला लै, उहनूं चीज़ भी माड़ी दे दे ते पैसे वध ले ले, ऐदां नहीं करना। चीज़ भी चंगी दे, ठीक दे, ते नाल रेट भी सही रख। जिहड़ा रख लिया उहदे अनुसार एक रेट ते रहो। जे हेरा फेरी करेंगा फिर हक की कमाई नहीं रहेगी। इसे तरह नौकरी करते हैं, जिवें गुरु नानक पातशाह जी कहते हैं, सत गुरु नानक पातशाह जी कहते लाए चित कर चाकरी,
मन नाम कर कम, बन बदिया कर धावनी ताको आखे तन। पातशाह जी कहते नौकरी करनी है तो चित ला के करनी है, मन ला के करनी है, प्यार नाल करनी, उत्साह नाल, चाव नाल। जिहड़ा काम ते लाया होया, जिहड़ा काम करन दी ड्यूटी लगी है, वो काम अगले नूं करके देना है, लारे नहीं लाने, अणगहली नहीं करनी, आलस नहीं वरतना, अपनी ड्यूटी पूरी कर। कोई इन्नी दूरों चल के आया काम कराउण वास्ते, ਉਹਦਾ काम कर ताकि दोबारा ਉਹਦਾ ਚੱਕਰ ना बचे, ਉਹਨੂੰ परेशानी ना होवे। तेरी ड्यूटी इसे वास्ते इत्थे लगी है कि तू लोगां दे काम करे, लोगां नूं सही सेध देवें, ये तेरी ड्यूटी है। जे तू ये ड्यूटी करदा है ईमानदारी दे नाल, फिर तेरी दूजी नमाज जिहड़ी है वो प्रवान होवेगी, सफल होवेगी। पहला सच हलाल दोए, हक हलाल दी कमाई खानी, ते तीसरे नंबर ते तीजा खैर खुदाई। गुरु नानक पातशाह जी कहते हैं तीसरे नमाज है कि तू परमात्मा दे अगे सब दे वास्ते अरदास करनी है, सब दा भला मंगना है, सब दा भला मंगना। नानक नाम चढ़दी कला, तेरे भाणी सरबत दा भला। निरा कह ही नहीं देना, भला करना है। भला करन दी भी साडी ड्यूटी है। असी तो शक्ति मंगनी है गुरु दे कोलों भी सानू शक्ति दिओ, अकल दिओ, सोझी दिओ, ताकि सब दा भला कर सकीए। गुरु नानक पातशाह जी कहते ये तेरी तीजी नमाज पूरी हो गई। भाई सब दा भला मंगना, भावें गरीब है, भावें अमीर है, भावें किसी भी धर्म का है, कोई भी किसी का अकीदा है, किसी का बुरा नहीं सोचना। पर का बुरा न राखो चीत, तुमको दुख नहीं पाई नीत। जे तू दूसरियां दा बुरा करना, बुरा तकना छड्ड देवे ना, हमेशा सुखी रहेगा, तू कदे दुखी नहीं होवेगा। दुख का ज्यादा कारण यही हुंदा कि साडे कोलों दूसरियां दी तरक्की बर्दाश्त नहीं हुंदी, दूसरियां दा सुखी जीवन, दूसरियां दे घर दे विच इतफाक एकता वो बर्दाश्त नहीं हुंदी। असीं कहंदे कोई ना कोई पंगा खड़ा करना चाहिए, कोई ना कोई तो गल होनी चाहिए है। इन्हां दे घर विचों कोई गल बाहर निकलती नहीं है, ये आपस झगड़ा करते ही नहीं है, असीं दुखी हो जाते। और पातशाह जी कहते दुखी तां ही हुंदे हो क्योंकि तुसीं दूसरियां दा बुरा तकदे हो, बुरा चाहुंदे हो, किसी का नुकसान होवे, किसी का अपमान होवे, बड़े खुश हुंदे। पातशाह जी कहते जे तू सुखी जीवन चाहुंदा है ना, तो किसी का भी बुरा ना कर, बुरा ना तक किसी का। तो गुरु नानक पातशाह जी कहते हैं सरबत का भला मंगना ये तेरी तीजी नमाज है। पहला सच हलाल दोए, तीजा खैर खुदाए,
चौथी नीयत रास मन। ते चौथी नमाज ਜਿਹੜੀ ਉਹ ਤੈਨੂੰ ਆਪਣੇ ਮਨ ਨੂੰ ਰਾਸ ਕਰਨ ਵਾਸਤੇ, ਸਾਫ਼ ਕਰਨ ਵਾਸਤੇ ਉਪਦੇਸ਼ ਦਿੰਦੀ ਹੈ। ਤੂੰ ਆਪਣੇ ਮਨ ਨੂੰ ਸਾਫ਼ ਰੱਖਣਾ, ਨੀਅਤ ਨੂੰ ਸਾਫ਼ ਰੱਖਣਾ। ਨੀਅਤ ਸਾਫ਼ ਕਰ ਲਈ ਨਾ ਤੂੰ, ਫਿਰ ਤੇਰੀ ਚੌਥੀ ਨਮਾਜ਼ ਪ੍ਰਵਾਨ ਹੋ ਜਾਏ। ਮਨ ਸਾਫ਼ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਮਨ ਤੇ ਬਹੁਤ ਜ਼ੋਰ ਦਿੱਤਾ ਗਿਆ ਕਿ ਮਨ ਜਿਹੜਾ ਨਾ, ਇਹ ਬੁਰੇ ਪਾਸੇ ਨੂੰ ਜਾਂਦਾ ਹਮੇਸ਼ਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਚਨ ਕਰਦੇ ਹਨ, ਮਾਈ ਮਨ ਮੇਰੋ ਵਸ ਨਾਹੀਂ, ਨਿਸ ਬਾਸਰ ਵਿਖਿਆਨ ਕੋ ਧਾਵਤ, ਕੇ ਵਿਦ ਰੋਕੋ ਤਾਹੇ। ਕਈ ਬੁਰੇ ਪਾਸੇ ਹੀ ਜਾਂਦਾ, ਬੁਰਾਈਆਂ ਵਾਲੀ ਚ ਮਨ ਲੋਚੇ ਬੁਰਾਈਆਂ, ਹਰ ਵੇਲੇ ਬੁਰੇ ਪਾਸੇ ਜਾਂਦਾ। ਇਹਨੂੰ ਰੋਕਣਾ, ਇਹਦੇ ਅੰਦਰੋਂ ਬੁਰਾਈ ਖਤਮ ਕਰਨੀ ਹੈ, ਇਹਦੇ ਅੰਦਰੋਂ ਕਪਟ ਖਤਮ ਕਰਨਾ ਹੈ, ਇਹਦੇ ਅੰਦਰੋਂ ਬੁਰਾਪਨ ਖਤਮ ਕਰਨਾ ਹੈ, ਇਹਨੂੰ ਸਾਫ਼ ਰੱਖਣਾ ਹੈ। ਤੇ ਜੇ ਮਨ ਸਾਫ਼ ਹੋ ਗਿਆ ਨਾ, ਤੇ ਗੁਰੂ ਪਾਤਸ਼ਾਹ ਜੀ ਕਹਿੰਦੇ, ਨਾਨਕ ਘਰ ਹੀ ਬੈਠਿਆਂ ਸਹੁ ਮਿਲੈ, ਜੇ ਨੀਅਤ ਰਾਸ ਕਰੇ। ਜੇ ਤੇਰੀ ਨੀਅਤ ਸਾਫ਼ ਹੋ ਗਈ ਨਾ, ਫਿਰ ਘਰ ਬੈਠਿਆਂ, ਗ੍ਰਸਤ ਵਿੱਚ ਰਹਿ, ਪਰਿਵਾਰ ਵਿੱਚ ਰਹਿ ਕੇ, ਸਾਰੇ ਕੰਮ ਧੰਦੇ ਕਰਦਿਆਂ ਹੋਇਆਂ, ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ, ਤੈਨੂੰ ਘਰ ਬੈਠਿਆਂ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਣੀ। ਘਰ ਬੈਠਣ ਦਾ ਮਤਲਬ ਗ੍ਰਸਤ ਵਿੱਚ ਰਹਿਣ। ਗ੍ਰਸਤ ਵਿੱਚ ਰਹਿ ਕੇ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ, ਜੇ ਤੇਰੀ ਨੀਅਤ ਸਾਫ਼ ਹੋ ਗਈ। ਤੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ, ਚੌਥੀ ਜਿਹੜੀ ਨਮਾਜ਼ ਹੈ, ਉਹ ਤੇਰੀ ਨੀਅਤ ਸਾਫ਼ ਹੋ ਜਾਏ, ਤੇਰਾ ਮਨ ਸਾਫ਼ ਹੋ ਜਾਏ। ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ। ਤੇ ਪੰਜਵੀਂ ਨਮਾਜ਼ ਹੈ ਕਿ ਤੂੰ ਪ੍ਰਭੂ ਦੀ ਹਮੇਸ਼ਾ ਸਿਫਤ ਸਲਾਹ ਕਰਦਾ ਰਹੇ, ਹਮੇਸ਼ਾ ਪ੍ਰਭੂ ਦੇ ਗੁਣ ਗਾਏ, ਹਮੇਸ਼ਾ ਪ੍ਰਭੂ ਦੀ ਵਡਿਆਈ ਕਰੇ, ਆਪਣੀ ਵਡਿਆਈ ਕਰਨੀ ਛੱਡ ਦੇ, ਪ੍ਰਭੂ ਦੀ ਵਡਿਆਈ ਕਰਨੀ ਸ਼ੁਰੂ ਕਰ ਦੇ। ਪਿਆ ਸਾਰਾ ਕੁਝ ਜਿਹੜਾ ਮੇਰੇ ਕੋਲ ਹੈ, ਇਹ ਸਭ ਮੈਨੂੰ ਪ੍ਰਭੂ ਨੇ ਦਿੱਤਾ ਹੈ। ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਹੇ, ਤਿਸ ਠਾਕਰ ਕੋ ਰੱਖ ਮਨ ਮਾਹੇ। ਆ ਸਾਰਾ ਕੁਝ ਜੋ ਬਖਸ਼ਿਆ ਹੈ, 36 ਪ੍ਰਕਾਰ ਦੇ ਖਾਣੇ, ਜੇ ਪ੍ਰਸਾਦ ਵਸੈ ਸੁਖ ਮੰਦਰ, ਆ ਸੋਹਣਾ ਮਕਾਨ ਦਿੱਤਾ ਹੈ, ਇਹ ਪ੍ਰਭੂ ਪਰਮਾਤਮਾ ਨੇ ਬਖਸ਼ਿਸ਼ ਕੀਤਾ ਹੈ, ਉਹਦੀ ਕਿਰਪਾ ਦੇ ਨਾਲ ਬਣਿਆ। ਇਹ ਅੱਖਾਂ, ਕੰਨ, ਨੱਕ, ਜੇਵਾ, ਹੱਥ, ਪੈਰ, ਇਹ ਸਭ ਕੁਝ ਪ੍ਰਭੂ ਪਰਮਾਤਮਾ ਨੇ ਬਖਸ਼ਿਸ਼ ਕੀਤੇ ਹਨ, ਉਹਦੀ ਕਿਰਪਾ ਦੇ ਨਾਲ। ਜੇ ਕੋਈ ਚੰਗਾ ਕੰਮ ਕੀਤਾ ਹੈ, ਤੇ ਪ੍ਰਭੂ ਪਰਮਾਤਮਾ ਦੀ ਕਿਰਪਾ ਦੇ ਨਾਲ, ਪਾਤਸ਼ਾਹ ਜੀ ਕਹਿੰਦੇ, ਹੁੰਦਾ ਹੈ। ਤੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਹਮੇਸ਼ਾ ਪ੍ਰਭੂ ਦੀ ਸਿਫਤ ਸਲਾਹ ਕਰਿਆ ਕਰ। ਅੰਮ੍ਰਿਤ ਵੇਲਾ ਸਚ ਨਉ,
ਵਡਿਆਈ ਵਿਚਾਰ। ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ। ਦੋ ਸਵਾਲਾਂ ਦੇ ਜਵਾਬ ਦਿੱਤੇ ਗੁਰੂ ਨਾਨਕ ਪਾਤਸ਼ਾਹ ਜੀ। ਇੱਕ ਤੇ ਪਾਤਸ਼ਾਹ ਜੀ ਕਹਿੰਦੇ ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ, ਕਿ ਪ੍ਰਭੂ ਦੇ ਅੱਗੇ ਭੇਟਾ ਕਿਹੜੀ ਅਰਪਣ ਕੀਤੀ ਜਾਏ, ਕਿਹੜੀ ਭੇਟਾ ਅਰਪਣ ਕੀਤੀ ਜਾਏ ਜਿਹਦੇ ਨਾਲ ਉਹਦਾ ਦਰਬਾਰ ਦਿਸ ਪਏ, ਉਹਦੇ ਬਾਰੇ ਸੋਝੀ ਆ ਜਾਏ। ਕਿਹੜੀ ਭੇਟ ਅਰਪਣ ਕੀਤੀ ਜਾਏ। ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ। ਤੇ ਦੂਸਰਾ ਸਵਾਲ, ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਮੁਖ ਤੋਂ ਕਿਹੋ ਜੇ ਬੋਲ ਬੋਲੇ ਜਾਣ, ਕਿਹੋ ਜੇ ਬੋਲ ਬੋਲੇ ਜਾਣ ਜਿਨ੍ਹਾਂ ਨੂੰ ਸੁਣ ਕੇ ਉਹ ਸਾਡੇ ਨਾਲ ਪਿਆਰ ਕਰਨ ਲੱਗ ਪਵੇ। ਪਰਮਾਤਮਾ ਨਾਲ ਸਾਡਾ ਪਿਆਰ ਬਣ ਜਾਏ। ਮੁਖ ਤੋਂ ਕਿਹੜੇ ਬੋਲ ਬੋਲੇ ਜਾਣ, ਭੇਟਾ ਕਿਹੜੀ ਅਰਪਣ ਕੀਤੀ ਜਾਏ, ਬੋਲ ਕਿਹੜੇ ਬੋਲੇ ਜਾਣ। ਇਹ ਦੋ ਸਵਾਲਾਂ ਦਾ ਜਵਾਬ ਦਿੱਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਸੱਚੇ ਨਾਮ ਦੀ, ਸੱਚੇ ਨਾਮ ਦੀਆਂ ਜੋ ਵਡਿਆਈਆਂ ਹਨ ਉਹਦੀਆਂ ਵਿਚਾਰਾਂ ਕਰਨੀਆਂ। ਨਾਮ ਦੀ ਵਿਚਾਰ ਕਰਨੀ, ਪਰਮਾਤਮਾ ਦੀ ਵਿਚਾਰ ਕਰਨੀ, ਪਰਮਾਤਮਾ ਬਾਰੇ ਸੋਝੀ ਪ੍ਰਾਪਤ ਕਰਨੀ ਹੈ, ਪਰਮਾਤਮਾ ਨਾਲ ਜੁੜਨਾ ਹੈ। ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ। ਉਹਦੀ ਬਖਸ਼ਿਸ਼ ਨਾਲ ਇੱਜ਼ਤ ਰੂਪੀ ਕੱਪੜਾ ਮਿਲਦਾ ਹੈ। ਉਹਦੀ ਮਿਹਰ ਦੇ ਨਾਲ ਸਾਨੂੰ ਮੁਕਤੀ ਦਾ ਦਰਵਾਜ਼ਾ ਮਿਲਦਾ ਹੈ, ਸਾਨੂੰ ਮੁਕਤੀ ਪ੍ਰਾਪਤ ਹੁੰਦੀ ਹੈ। ਉਹਦੀ ਮਿਹਰ ਨਾਲ ਸਾਨੂੰ ਮੁਕਤੀ ਮਿਲਦੀ ਹੈ। ਕਿਸ ਚੀਜ਼ ਤੋਂ ਮੁਕਤੀ ਮਿਲਦੀ ਹੈ? ਬੁਰਾਈਆਂ ਤੋਂ। ਮੁਕਤੀ ਕੋਈ ਐਸੀ ਚੀਜ਼ ਨਹੀਂ ਹੈ ਕਿ ਜਿਹੜਾ ਅਸੀਂ ਆਜ਼ਾਦ ਹੋ ਜਾਣਾ ਤੇ ਜੋ ਮਰਜ਼ੀ ਕਰਾਂਗੇ ਅਸੀਂ, ਸਾਡੇ ਤੇ ਪਾਬੰਦੀ ਕੋਈ ਨਹੀਂ ਰਹੇਗੀ। ਇਹ ਮੁਕਤੀ ਨਹੀਂ, ਇਹ ਆਜ਼ਾਦੀ ਨਹੀਂ ਹੈ। ਆਜ਼ਾਦੀ ਤੇ ਉਹ ਹੈ ਨਿਯਮ ਦੇ ਵਿੱਚ ਰਹਿ ਕੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ, ਨਿਯਮ ਦੇ ਵਿੱਚ ਰਹਿ ਕੇ, ਉਹ ਆਜ਼ਾਦੀ ਹੈ। ਨਿਯਮ ਤੋਂ ਬਿਨਾਂ, ਨਿਯਮ ਤੋਂ ਉਲਟ ਚੱਲਣਾ, ਮਰਜ਼ੀ ਆਪਣੀ ਵਰਤਣੀ, ਉਹ ਆਜ਼ਾਦੀ ਨਹੀਂ, ਉਹ ਤੇ ਮੂਰਖਤਾ ਹੈ। ਉਹ ਤੇ ਮਨਮੁਖਤਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਬਾਣੀ 'ਚ ਬਾਰ-ਬਾਰ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਅਸੀਂ ਉਹਦੇ ਹੁਕਮ ਦੇ ਵਿੱਚ ਚੱਲਣਾ ਹੈ, ਉਹਦੇ ਨਿਯਮ ਦੇ ਵਿੱਚ ਚੱਲਣਾ ਹੈ, ਡਿਸਿਪਲਿਨ ਵਿੱਚ ਰਹਿਣਾ ਹੈ, ਤੇ ਫਿਰ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ। ਜਿਹੜੇ ਭਗੌੜੇ ਹੋ ਗਏ ਸਨ, ਘਰ-ਬਾਰ ਛੱਡ ਕੇ ਜੰਗਲਾਂ ਪਹਾੜਾਂ 'ਚ ਜਾ ਕੇ ਬੈਠ ਗਏ, ਜੋਗੀ ਬਣ ਗਏ, ਸਾਧਨਾ ਕੀਤੀਆਂ, ਬੜਾ ਕੁਛ ਕੀਤਾ। ਪਰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨਹੀਂ, ਤੁਸੀਂ ਜੋਗੀ ਨਹੀਂ ਬਣੇ,
ਜੋਗੀ ਇਸ ਤਰ੍ਹਾਂ ਨਹੀਂ ਬਣਿਆ ਜਾਂਦਾ। ਜੋਗ ਨ ਖਿੰਥਾ ਜੋਗ ਨ ਡੰਡੈ ਜੋਗ ਨ ਭਸਮ ਚੜਾਈਐ ਜੋਗ ਨ ਮੁੰਦੀ ਮੂੰਡ ਮੁੜਾਇਐ ਜੋਗ ਨ ਸਿੰਘੀ ਵਾਈਐ। ਆਹ ਜੋਗ ਮਤ ਦੇ ਚਿੰਨ੍ਹ ਧਾਰਨ ਕਰਨ ਨਾਲ ਤੁਸੀਂ ਜੋਗੀ ਨਹੀਂ ਬਣ ਸਕਦੇ। ਕਿਵੇਂ ਬਣ ਸਕਦੇ ਹੋ? ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਏਵ ਪਾਈਐ। ਅੰਜਨ ਦੇ ਵਿੱਚ, ਮਾਇਆ ਦੇ ਵਿੱਚ, ਸੰਸਾਰ ਦੇ ਵਿੱਚ, ਪਰਿਵਾਰ ਦੇ ਵਿੱਚ ਰਹਿ ਕੇ ਇਹਦੇ ਤੋਂ ਨਿਰਲੇਪ ਰਹਿਣਾ ਹੈ। ਇਹਦੇ ਮੋਹ ਜਾਲ ਵਿੱਚ ਨਹੀਂ ਫਸਣਾ, ਲਾਲਚ ਵਿੱਚ ਨਹੀਂ ਫਸਣਾ। ਰਹਿਣਾ ਸੰਸਾਰ ਵਿੱਚ ਹੀ ਹੈ, ਪਰਿਵਾਰ ਵਿੱਚ ਹੀ ਰਹਿਣਾ, ਤੇ ਰਹਿਣਾ ਇਹਦੇ ਤੋਂ ਨਿਰਲੇਪ। ਫਿਰ ਤੂੰ ਜੋਗੀ ਬਣ ਸਕਦਾ ਤੇ ਅਖਵਾ ਸਕਦਾ। ਗੱਲੀ ਜੋਗ ਨਾ ਹੋਈ, ਪਰ ਪਾਤਸ਼ਾਹ ਜੀ ਕਹਿੰਦੇ ਕੰਮ ਸੌਖਾ ਨਹੀਂ। ਗੱਲਾਂ ਦੇ ਨਾਲ ਨਹੀਂ ਤੂੰ ਜੋਗੀ ਬਣ ਸਕਦਾ। ਏਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀਐ ਸੋਈ। ਸਾਰਿਆਂ ਨੂੰ ਇੱਕੋ ਦ੍ਰਿਸ਼ਟੀ ਦੇ ਨਾਲ ਦੇਖਣਾ ਸ਼ੁਰੂ ਕਰ ਦੇ, ਬਸ ਤੂੰ ਜੋਗੀ ਹੋ ਗਿਆ। ਸਾਰਿਆਂ ਨੂੰ ਇੱਕੋ ਦ੍ਰਿਸ਼ਟੀ ਦੇ ਨਾਲ, ਸਾਰਿਆਂ ਨੂੰ ਬਰਾਬਰ ਸਮਝ ਲੈ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰੂ ਹੈ। ਸਾਰੇ ਬਰਾਬਰ। ਇਹ ਸਮਝ ਲੈ, ਇਹ ਤੇਰੀ ਦ੍ਰਿਸ਼ਟੀ ਵਿੱਚ ਆ ਜੇ, ਇਹ ਤੇਰੀ ਸੁਰਤ ਵਿੱਚ ਆ ਜੇ ਵੀ ਸਾਰੇ ਬਰਾਬਰ ਹਨ, ਸਾਰੇ ਭਲੇ ਹਨ। ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ। ਸਭ ਨੂੰ ਭਲੇ ਸਮਝ ਲੈ। ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਣਾ ਸ਼ੁਰੂ ਕਰ ਦੇ, ਬਸ ਤੂੰ ਜੋਗੀ ਬਣ ਗਿਆ, ਧਰਮੀ ਹੋ ਗਿਆ। ਤੈਨੂੰ ਘਰ-ਬਾਰ ਛੱਡਣ ਦੀ ਲੋੜ ਨਹੀਂ ਹੈ। ਤੈਨੂੰ ਕਿਸੇ ਖਾਸ ਇਕਾਂਤ ਵਿੱਚ ਜਾਣ ਦੀ ਲੋੜ ਨਹੀਂ ਹੈ। ਤੂੰ ਤੇ ਘਰ ਵਿੱਚ ਬੈਠ ਕੇ ਹੀ ਇਕਾਂਤ ਹੋ ਸਕਦਾ ਹੈ। ਜੇ ਤੇਰਾ ਮਨ ਟਿਕ ਗਿਆ ਨਾ, ਫਿਰ ਤੇਰਾ ਮਨ ਟਿਕ ਜਾਣਾ ਹੈ। ਫਿਰ ਦੁਨੀਆ ਦਾ ਜਿੰਨਾ ਮਰਜ਼ੀ ਸ਼ੋਰ ਹੋਵੇ, ਫਿਰ ਤੈਨੂੰ ਕੋਈ ਵੀ ਡੁਲਾ ਨਹੀਂ ਸਕਦਾ। ਤੇਰੇ ਮਨ ਨੂੰ ਕੋਈ ਪਰੇਸ਼ਾਨ ਨਹੀਂ ਕਰ ਸਕਦਾ। ਜੇ ਟਿਕ ਗਿਆ, ਜੁੜ ਗਿਆ, ਫਿਰ ਪੱਕੇ ਜੁੜ ਜਾਂਦਾ ਹੈ। ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ। ਪੰਜਵੀਂ ਨਮਾਜ਼ ਪ੍ਰਭੂ ਦੀ ਸਿਫਤੋ ਸਲਾਹ ਕਰਨੀ। ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਮੁਸਲਮਾਨ ਧਰਮ ਦੇ ਵਿੱਚ ਕਲਮਾ ਪੜ੍ਹਿਆ ਜਾਂਦਾ ਹੈ। ਜਿਵੇਂ ਅਸੀਂ ਮੂਲ ਮੰਤਰ ਪੜ੍ਹਦੇ ਹਾਂ, ਇਸ ਤਰ੍ਹਾਂ ਉਹਨਾਂ ਦਾ ਕਲਮਾ ਹੈ। ਕਲਮਾ ਪੜ੍ਹਦੇ। ਪਰ ਪਾਤਸ਼ਾਹ ਜੀ ਇੱਥੇ ਬਚਨ ਕਰਦੇ ਹਨ, ਕਰਨੀ ਕਲਮਾ ਆਖ ਕੇ। ਕਲਮਾ ਕਿਹੜਾ ਪੜ੍ਹਨਾ? ਕਰਨੀ ਦਾ, ਉੱਚੇ ਕਿਰਦਾਰ ਦਾ। ਤੇਰਾ ਉੱਚਾ ਕਿਰਦਾਰ ਹੋਵੇ, ਇਹੀ ਤੇਰੇ ਵਾਸਤੇ ਕਲਮਾ ਪੜ੍ਹਿਆ। ਫਿਰ ਤੇਰਾ ਕਲਮਾ ਪੜ੍ਹਿਆ ਪ੍ਰਵਾਨ ਹੋਵੇਗਾ ਜੇ ਤੇਰਾ ਕਿਰਦਾਰ ਉੱਚਾ ਹੈ, ਜੇ ਤੇਰੀ ਸੋਚ ਉੱਚੀ ਹੈ, ਜੇ ਤੂੰ ਵਿਕਾਰਾਂ ਤੋਂ, ਬੁਰਾਈਆਂ ਤੋਂ, ਲਾਲਚ ਤੋਂ, ਈਰਖਾ ਨਫ਼ਰਤ ਤੋਂ ਬਚਿਆ ਹੋਇਆ ਹੈ। ਫਿਰ ਤੇਰਾ ਕਲਮਾ ਪੜ੍ਹਿਆ
ਪ੍ਰਵਾਨ ਹੋਵੇਗਾ, ਕਬੂਲ ਹੋਵੇਗਾ। ਤੋ ਪਾਤਸ਼ਾਹ ਜੀ ਕਹਿੰਦੇ ਹਨ, ਕਰਨੀ ਕਲਮਾ ਆਖ ਕੇ 5 ਨਮਾਜ਼ਾਂ ਹੋ ਗਈਆਂ ਤੇ ਕਲਮਾ ਇਹ ਕਰਕੇ ਫਿਰ ਤੂੰ ਮੁਸਲਮਾਨ ਸਦਾ ਸਕਦਾ ਹੈ। ਫਿਰ ਤੈਨੂੰ ਮੁਸਲਮਾਨ ਕਿਹਾ ਜਾ ਸਕਦਾ ਹੈ ਜੇ ਤੇਰੇ 'ਚ ਆ 6 ਗੁਣ ਹਨ। ਫਿਰ ਤੂੰ ਮੁਸਲਮਾਨ ਕਹਾਉਣ ਦੇ ਯੋਗ। ਇਹ ਗੁਣ ਸਾਡੇ 'ਚ ਵੀ ਹੋਣੇ ਚਾਹੀਦੇ। ਇਹ ਗੁਣ ਅਸੀਂ ਆਪਣੇ ਜੀਵਨ 'ਚ ਲੈ ਕੇ ਆਉਣੇ, ਤਾਂ ਹੀ ਅਸੀਂ ਸਿੱਖ ਅਖਵਾ ਸਕਦੇ ਹਾਂ, ਸਿੱਖ ਬਣ ਸਕਦੇ ਹਾਂ। ਪਹਿਲਾ ਸੱਚ, ਸੱਚ ਬੋਲਣਾ, ਸੱਚ ਸੁਣਨਾ, ਸੱਚ ਦਾ ਚਿੰਤਨ ਕਰਨਾ, ਸੱਚ ਦੀ ਖੋਜ ਕਰਨੀ, ਸੱਚ ਵਾਲੇ ਪਾਸੇ ਖੜੇ ਹੋਣਾ। ਇਹ ਪਹਿਲਾ ਸੱਚ। ਤੇ ਦੂਸਰਾ ਹੈ ਹੱਕ ਹਲਾਲ ਦੀ ਕਮਾਈ ਖਾਣੀ। ਹੱਕ ਪਰਾਇਆ ਨਾਨਕਾ ਉਹ ਸੂਰਸ ਖਾਏ, ਗੁਰਪੀਰ ਹਮ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਮੁਰਦਾ ਨਹੀਂ ਖਾਣਾ। ਪਰਾਇਆ ਹੱਕ ਮੁਰਦਾ ਖਾਣ ਦੇ ਬਰਾਬਰ। ਮੁਰਦਾ ਨਹੀਂ ਖਾਣਾ, ਪਰਾਇਆ ਹੱਕ ਨਹੀਂ ਖਾਣਾ। ਤੇ ਤੀਸਰਾ ਸਰਬੱਤ ਦਾ ਭਲਾ ਮੰਗਣਾ, ਸਭ ਦਾ ਭਲਾ, ਸਭ ਦਾ ਭਲਾ ਕਰਨ ਦੀ ਕੋਸ਼ਿਸ਼ ਕਰਨੀ, ਯਤਨ ਕਰਨਾ ਜਿੰਨਾ ਕੁ ਹੋ ਸਕੇ, ਜਿੰਨੀ ਕੁ ਸਾਡੀ ਪਾਵਰ ਹੈ, ਜਿੰਨੀ ਕੁ ਸਾਡੀ ਵਿੱਤ ਹੈ, ਉਹਦੇ ਅਨੁਸਾਰ ਅਸੀਂ ਸਭ ਦਾ ਭਲਾ ਕਰੀਏ। ਤੇ ਚੌਥਾ ਸਾਡਾ ਮਨ ਸਾਫ਼ ਹੋਵੇ, ਨੀਅਤ ਸਾਫ਼ ਹੋਵੇ। ਪੰਜਵਾਂ ਅਸੀਂ ਪ੍ਰਭੂ ਦੀ ਸਿਫਤ ਸਲਾਹ ਕਰੀਏ, ਉਹਦੇ ਗੁਣ ਗਾਈਏ, ਉਹਦੀਆਂ ਵਡਿਆਈਆਂ ਕਰੀਏ। ਜੇ ਤੂੰ ਮਿੱਤਰ ਸਾਡੜਾ ਇੱਕ ਭੋਰੀ ਨਾ ਵਿਛੋੜ, ਉਹਦੀਆਂ ਸਿਫਤਾਂ ਕਰੀਏ। ਫਿਰ ਅਸੀਂ ਸਿੱਖ ਬਣ ਸਕਦੇ ਹਾਂ, ਅਖਵਾ ਸਕਦੇ ਹਾਂ। ਸਾਡਾ ਕਿਰਦਾਰ ਉੱਚਾ ਹੋਵੇ। ਫਿਰ ਸਾਡੇ ਵਾਸਤੇ ਮੂਲ ਮੰਤਰ ਪੜ੍ਹਿਆ ਪ੍ਰਵਾਨ ਹੋ ਜਾਏਗਾ। ਤੋ ਇਸ ਤਰ੍ਹਾਂ ਕਰਕੇ, ਇਹ ਗੁਣਾ ਕਰਕੇ ਕੋਈ ਸਿੱਖ ਬਣਦਾ ਹੈ, ਗੁਣਾ ਕਰਕੇ ਮੁਸਲਮਾਨ ਬਣਦਾ ਹੈ, ਗੁਣਾ ਕਰਕੇ ਹਿੰਦੂ ਬਣਦਾ ਹੈ, ਗੁਣਾ ਕਰਕੇ ਬੋਧੀ, ਜੈਨੀ, ਜੋ ਵੀ ਧਾਰਮਿਕ ਮਨੁੱਖ ਹੈ, ਗੁਣਾ ਕਰਕੇ ਬਣਦਾ ਹੈ। ਬਾਕੀ ਤੇ ਬਾਹਰੀ ਤੌਰ 'ਤੇ ਚਿੰਨ੍ਹ ਤੇ ਹਰ ਇੱਕ ਦੇ ਵੱਖੋ ਵੱਖਰੇ ਹੈ ਹੀ। ਅਸਲ ਧਰਮ ਤੇ ਸੱਚਾਈ ਹੈ ਨਾ। ਅਸਲ ਧਰਮ ਤੇ ਜਿਹੜਾ ਉਹਦੀ ਵਿਚਾਰਧਾਰਾ ਇੱਕੋ ਹੀ ਹੈ। ਇਹ ਤੇ ਬਾਹਰੀ ਤੌਰ ਤੇ ਚਿੰਨ੍ਹ ਵੱਖੋ ਵੱਖਰੇ ਹਨ। ਇਸ ਵਾਸਤੇ ਪਾਤਸ਼ਾਹ ਜੀ ਬਚਨ ਕਰਦੇ ਹਨ, ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਏ। ਸਤਿਗੁਰੂ ਨਾਨਕ ਪਾਤਸ਼ਾਹ ਜੀ ਵਚਨ ਕਰਦੇ ਵੀ ਜਿੰਨੇ ਵੀ ਹਨ ਬਾਕੀ ਲੋਕ ਜਿਹੜੇ ਦਿਖਾਵੇ ਦਾ ਇਹ ਸਾਰੇ ਕਰਮ ਕਰਦੇ, ਧਾਰਮਿਕ ਕਰਮ ਦਿਖਾਵੇ ਦੇ ਕਰਦੇ, ਮਨ 'ਚ ਸ਼ਰਧਾ ਨਹੀਂ, ਮਨ 'ਚ ਪਿਆਰ ਨਹੀਂ, ਮਨ 'ਚ ਉਤਸ਼ਾਹ ਨਹੀਂ, ਦਿਖਾਵੇ ਦਾ। ਇਹ ਸਾਰਾ ਕੁਝ ਦਿਖਾਵੇ ਦਾ। ਪਾਤਸ਼ਾਹ ਜੀ ਕਹਿੰਦੇ ਉਹ ਕੂੜਿਆਰ ਹਨ ਤੇ ਉਹ ਹਮੇਸ਼ਾ ਕੂੜ ਹੀ ਇਕੱਠਾ ਕਰਦੇ, ਕੂੜ ਕਬਾੜ ਇਕੱਠਾ ਕਰਦੇ, ਔਗਣ ਇਕੱਠੇ ਕਰਦੇ, ਗੁਣ ਇਕੱਠੇ ਨਹੀਂ ਕਰਦੇ। ਉਹ ਕਿਸੇ ਦੇ ਗੁਣਾਂ ਦੀ ਗੱਲ ਨਹੀਂ ਕਰਦੇ, ਔਗਣਾਂ ਦੀ ਗੱਲ ਕਰਦੇ। ਔਗਣ ਫਰੋਲਦੇ ਆ ਦੂਸਰੇ ਦੇ, ਆਪਣੇ ਗੁਣ ਦੂਸਰੇ ਦੇ ਔਗਣ। ਪਰ ਚਾਹੀਦਾ ਇਹ ਹੈ ਆਪਣੇ ਔਗਣਾਂ ਨੂੰ ਫਰੋਲਿਆ ਜਾਏ, ਦੂਸਰੇ ਦੇ ਗੁਣਾਂ ਨੂੰ ਫਰੋਲਿਆ ਜਾਏ।
ਗੁਣਾਂ ਨੂੰ ਸਾਹਮਣੇ ਲਿਆਂਦਾ ਜਾਏ, ਗੁਣਾਂ ਦੀ ਕਦਰ ਕੀਤੀ ਜਾਏ। ਸਤਿਗੁਰੂ ਜੀ ਬਖਸ਼ਿਸ਼ ਕਰਨ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਇਸੇ ਤਰ੍ਹਾਂ ਗੁਰੂ ਚਰਨਾਂ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ ਜੁੜੇ ਰਹੀਏ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ